Yeah, my name is Rupinder, and today is June 10th, 2014. How old were you in the year 1984? In 1984, I was about 24. And where were you in June 1984? We were living in Pune. So, what happened in June 84? How did you come to know about that? June 84, everybody knows in city the way the news came, because we were in Pune, we also came to know that there was some Sikh regiment in Southern Command and things like that, and there were some movements happened. We did not know anything much more because I was studying part-time, doing MBA, part-time working, and busy in my own life, and had no such connection. But then just as the local news or rumors, when we go to Gurdwara, people were talking, and we came to know that there are things happening. Harmandir Sahib attack, Blue Star, and all those names came up. Yes. So, Harmandir Sahib has been attacked. How did that sound to you, or what was your reaction at that time? What did you feel? It was painful. Like you feel as if your home is being attacked, and Baba utte baitha hai, and somebody attacks it. You feel that way, Yeah. So, November 84 ਤੁਸੀਂ ਕਿੱਥੇ ਸੀ ਤੇ ਕੀ ਪਤਾ ਲੱਗਿਆ ਜਾਂ ਕੀ ਵਾਪਰਿਆ ਉਦੋਂ? ਮੈਂ ਜੌਬ ਤੇ ਸੀ, ਐਕਚੁਅਲੀ ਮੈਂ ਟੂਰ ਤੇ ਸੀ। ਬੇਸਿਕਲੀ ਮੇਰਾ ਟੂਰ ਹੁੰਦਾ ਸੀ ਤੇ ਆਈ ਵਾਸ ਕਵਰਿੰਗ ਅਬਾਊਟ ਹਾਫ ਮਹਾਰਾਸ਼ਟਰ, ਵੈਸਟਰਨ ਮਹਾਰਾਸ਼ਟਰ ਔਨ ਟੂਰ। ਸਰਦਾਰ ਹੋਣ ਦੇ ਬਾਵਜੂਦ ਮੈਨੂੰ ਕੋਈ ਕਦੀ ਮਹਾਰਾਸ਼ਟਰ ਵਿੱਚ ਕੋਈ ਤਕਲੀਫ ਨਹੀਂ ਹੋਈ, ਪਰ ਉਸ ਦਿਨ ਪਤਾ ਨਹੀਂ ਕੀ ਹੋਇਆ, 31 ਅਕਤੂਬਰ ਦੀ ਗੱਲ ਹੈ ਤੇ ਸ਼ਾਮੀ ਅਸੀਂ ਘਰ ਨੂੰ ਆਏ, ਵੇਅਰ ਵੀ ਵਰ ਕਾਰ ਮੀਨਸ ਵੀ ਵਰ ਸਟੇਇੰਗ ਇਨ ਹੋਟਲ ਵੈਨ ਯੂ ਆਰ ਟੂਰਿੰਗ। ਸੋ ਹੋਟਲ 'ਚ ਆਏ ਤੇ ਸ਼ਾਮੀ ਉੱਥੇ ਇੱਕ ਦੋ ਹੋਰ ਸਰਦਾਰ ਵੀ ਸਨ, ਕੁਝ ਡਿਫਰੈਂਟ ਫਲੋਰ ਦੇ ਉੱਤੇ। ਦੇ ਕੇਮ ਇਨ, ਰੋਟੀ ਖਾ ਕੇ ਬਾਹਰ ਬੰਦਾ ਬਾਲਕਨੀ 'ਚ ਬੈਠਦਾ ਤੇ ਗੱਲਾਂ ਹੋਈਆਂ ਆਪਸ ਵਿੱਚ। ਕੁਝ 2-4 ਹੋਰ ਸਨ ਬੰਦੇ ਸਾਡੇ, ਜਿਸ ਤਰ੍ਹਾਂ ਮੈਂ ਕੋਈ ਕੰਪਨੀ 'ਚ ਸਾਂ, ਦੂਜੀ ਕੰਪਨੀ 'ਚ, ਤੇ ਅਸੀਂ ਲੋਕ ਫਿਕਸ ਸੀ ਕਿ ਇਕੱਠੇ ਅਸੀਂ ਡਿਨਰ ਖਾਣ ਇਕੱਠੇ ਚਲੇ ਜਾਵਾਂਗੇ। ਬਾਈ ਕੰਮ ਤੋਂ ਤੁਸੀਂ ਆ ਜਾਓ, ਇਕੱਠੇ ਚਲੇ ਗਏ। ਐਂਡ ਕਹਿੰਦਾ ਹੋ ਸਕਦਾ ਕੱਲ ਮਾਰਕੀਟ ਬੰਦ ਹੋਵੇ, ਆਰਾਮ ਨਾਲ ਉੱਠਾਂਗੇ, ਐਂਡ ਥਿੰਗਸ ਲਾਈਕ ਦੈਟ ਐਂਡ ਵੀ ਵਰ ਨॉट श्योर व्हाट हैपेंड बेसिकली। बट होटल वाले ने क्या कि ज़्यादा देर तक बाहर मत रहो, मेरे को पुलिस का लफड़ा नहीं चाहिए, समथिंग लाइक दैट। एंड we said okay, we just eat dinner and we inside the hotel we lobby च galleries ਵਿੱਚ ਗੱਲਾਂ ਕਰਦੇ ਕਰਦੇ ਟਾਈਮ ਗੁਜ਼ਾਰਿਆ। ਦੂਜੇ ਦਿਨ 1 ਨਵੰਬਰ ਐਜ਼ ਯੂਜੂਅਲ ਸਾਰੇ ਤਿਆਰ ਹੋ ਕੇ ਗਏ ਐਂਡ ਕੰਮ ਤੇ, ਕਿਉਂਕਿ ਸਾਨੂੰ ਕੁਝ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ, ਪਰ ਇੰਨਾ ਹੋਵੇ ਕਿ ਬਾਹਰ ਨਿਕਲਦੇ ਆਈ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਸਮਥਿੰਗ ਇਜ਼ ਔਡ। ਮਤਲਬ ਸਭ ਸ਼ਾਂਤ ਸੀ, ਕੋਈ ਟ੍ਰੈਫਿਕ ਜ਼ਿਆਦਾ ਨਹੀਂ ਸੀ, ਥੋੜ੍ਹਾ ਜਿਹਾ ਘੱਟ ਸੀ। ਪਰ ਨਾਸ਼ਤਾ ਕਰਕੇ ਉੱਥੇ ਹੀ ਸਾਹਮਣੇ ਹੋਟਲ 'ਚ ਅਸੀਂ ਆਪਣਾ ਕੰਮਾਂ 'ਤੇ ਨਿਕਲਣ ਵਾਲੀ ਗੱਲ ਹੋਈ। ਪਰ ਜਿਉਂ ਹੀ 10-11 ਵਜੇ ਤੇ ਮੈਨੂੰ ਨਹੀਂ ਪਤਾ ਦੂਜੇ ਇਲਾਕੇ ਦਾ, ਪਰ ਮੈਂ ਉੱਥੇ ਸੀ ਮੀਰਜ ਔਰ ਸਾਂਗਲੀ ਦੇ ਇਸ ਏਰੀਆ 'ਚ। ਉੱਥੇ ਇੱਕ ਜੀਪ ਦੇ ਅੱਗੇ ਸਪੀਕਰ ਲੱਗਾ ਹੋਇਆ ਤੇ ਥੋੜ੍ਹਾ ਜਿਹਾ ਸਾਇਰਨ ਵਜਾ ਕੇ ਤੇ ਨਾਲ ਕਹੀ ਜਾ ਰਹੇ ਨੇ ਅੰਦਰ ਹੋ ਜਾਓ, ਅਫਵਾਹਾਂ 'ਚ ਨਾ ਵਿਸ਼ਵਾਸ ਕਰੋ ਔਰ ਬਾਹਰ ਨਾ ਘੁੰਮੋ, ਔਰ ਕਿਸੇ ਵੀ ਜਗ੍ਹਾ 'ਤੇ ਕੋਈ 4 ਤੋਂ 5 ਬੰਦੇ ਦਿਸੇ ਵੱਧ ਜਾਂ ਕੁਛ ਹੋਇਆ ਤੇ I don't know what they were saying in Marathi they were saying, but I did understood that they were saying ਕਿ ਕੁਛ ਹੋਇਆ ਤੇ ਅਸੀਂ ਲੋਕ ਅੰਦਰ ਕਰ ਦਾਂਗੇ, something like that। ਤੇ ਮੈਂ ਤੇ ਇਸ ਤਰ੍ਹਾਂ ਹੋਇਆ ਕਿ ਬਈ ਉੱਥੇ ਜਿੱਥੇ ਜਾ ਰਿਹਾ ਸੀ ਕੰਮ ਤੇ the clients ਦੇ like shutting down kind of situation ਹੋ ਗਈ। ਸੋਚਿਆ ਚਲੋ ਠੀਕ ਹੈ ਚੱਲਦੇ ਹਾਂ, ਰੋਟੀ ਰੋਟੀ ਖਾਂਦੇ ਹਾਂ। ਤੇ ਜਿਉਂ ਹੀ ਹੋਟਲ 'ਚ ਵੜੇ ਤੇ 12-12:15 ਵਜੇ ਨਾਲ ਉਹਨੇ ਰੋਟੀ ਲਿਆ ਕੇ ਦਿੱਤੀ। ਉਸ ਤੋਂ ਬਾਅਦ ਹੋਟਲ ਦੇ ਸ਼ਟਰ ਵੀ ਬੰਦ ਕਰ ਦਿੱਤੇ ਉਹਨੇ ਬਾਹਰ। ਮੈਂ ਕਿਹਾ ਅਰੇ ਮੈਂ ਤਾਂ ਇੱਥੇ ਖਾ ਰਿਹਾ ਵਾਂ। ਕਹਿੰਦਾ ਸਾਹਿਬ ਆਪ खाओ आराम से, खाना खा लो, बाद में देखते हैं, हम छोड़ देंगे आपको जा जाना। तो एक चौक अगे जा मेरा होटल सी, बट
ਰੋਟੀ ਖਾ ਕੇ ਬਾਹਰ ਨਿਕਲਿਆ ਅਸੀਂ, ਮਤਲਬ ਹੋਟਲ ਤੇ ਆਇਆ ਤੇ ਹੋਟਲ ਵਾਲੇ ਨੇ ਕਿਹਾ ਕਿ ਰੂਮ ਖਾਲੀ ਕਰਕੇ ਆਪਣੇ ਘਰਾਂ ਨੂੰ ਜਾਓ, ਕਿਉਂਕਿ ਕੋਈ ਪਤਾ ਨਹੀਂ 4-5 ਦਿਨ ਤੱਕ ਬੰਦ ਰਹੇਗਾ, ਬਿਕੋਜ਼ ਪ੍ਰਾਈਮ ਮਿਨਿਸਟਰ ਦੀ ਡੈਥ ਹੋ ਗਈ ਹੈ ਔਰ ਬਹੁਤ ਵੱਡੀ ਚੀਜ਼ ਹੋਈ ਹੈ ਤੇ 3 ਦਿਨ ਵਾਸਤੇ ਤੇ ਫਲੈਗ ਇਜ਼ ਡਾਊਨ ਐਂਡ ਥਿੰਗਸ ਲਾਈਕ ਦੈਟ, ਤੇ ਤੁਸੀਂ ਆਪਣੇ ਘਰਾਂ ਨੂੰ ਜਾਓ, ਟੂਰ ਤੇ ਰਹਿ ਕੇ ਕੁਝ ਫਾਇਦਾ ਨਹੀਂ। ਤੇ ਉੱਥੋਂ ਅਸੀਂ ਨਿਕਲ ਆਏ ਸਟੇਸ਼ਨ ਤੇ, ਪੂਰਾ ਗਰੁੱਪ ਹੋਟਲ 'ਚ ਜਿੰਨੇ ਬੰਦੇ ਸਾਂ ਸਾਰੇ। ਸਾਡੀ ਗੱਡੀ ਨਿਕਲਣੀ ਸੀ 6:45 ਵਜੇ ਉੱਥੋਂ ਦੀ, ਐਂਡ ਬਟ ਉਹ ਨਿਕਲ ਤੇ ਗਈ ਸਟੇਸ਼ਨ ਤੋਂ, ਹਾਲੇ 10-12 ਕਿਲੋਮੀਟਰ ਦੂਰ ਹੀ ਕਿਰਲੋਸਕਰਵਾੜੀ ਸਟੇਸ਼ਨ ਸੀ, ਉੱਥੇ ਤੱਕ ਪਹੁੰਚਦਿਆਂ ਤੱਕ ਉਹਨੇ 4 ਘੰਟੇ ਲਗਾ ਦਿੱਤੇ। ਸਮਝ ਨਹੀਂ ਆਇਆ ਕੀ ਹੋ ਰਿਹਾ ਹੈ, ਕਿ ਇੰਨੀ ਸਲੋ ਕਿਉਂ ਚੱਲ ਰਹੀ ਹੈ, 20 ਕਿਲੋਮੀਟਰ ਕਦੀ 15 ਕਿਲੋਮੀਟਰ ਦੀ ਸਪੀਡ ਤੇ, ਜਿਸ ਤਰ੍ਹਾਂ ਮਾਲ ਗੱਡੀ ਚੱਲਦੀ ਹੈ ਉਸ ਤਰ੍ਹਾਂ ਚੱਲਦੀ ਰਹੀ। ਐਂਡ ਦੈਨ ਕਿਰਲੋਸਕਰਵਾੜੀ ਤੇ 8:45 ਵੱਜ ਗਏ, 8:45 ਔਰ 9 ਵਜੇ ਉੱਥੇ ਰੇਡੀਓ ਤੇ ਨਿਊਜ਼ ਆਉਂਦੀ ਸੀ ਉਹਨਾਂ ਦਿਨਾਂ 'ਚ, ਤੇ ਨਿਊਜ਼ ਜੋ ਆਉਂਦੀ ਹੈ, ਪਰ ਅਸੀਂ ਲੋਕ ਉਤਰੇ ਕਿਉਂਕਿ ਰੋਟੀ ਦਾ ਟਾਈਮ ਹੋ ਗਿਆ ਸੀ। ਨਾਰਮਲੀ ਕੀ ਹੈ, ਸੋ ਜਾਈਦਾ ਸੀ ਔਰ 4-6 ਘੰਟੇ 'ਚ ਪਹੁੰਚ ਜਾਈਦਾ ਘਰ, ਤੇ ਘਰ ਲੇਟ ਜਾ ਕੇ ਰੋਟੀ ਆਰਾਮ ਨਾਲ ਖਾ ਲਾਂਗੇ, ਭਾਵੇਂ ਲੇਟ ਖਾਧੀ ਉਸ ਤਰ੍ਹਾਂ, ਤੇ ਕਦੀ ਕੁਝ, ਪਰ ਉੱਥੇ ਬਹੁਤ ਟਾਈਮ ਹੋ ਗਿਆ ਸੀ ਤੇ ਦਿਲ ਕੀਤਾ ਕਿ ਕੁਝ ਲੈ ਲਈਏ। ਤਾਂ ਅਸੀਂ 2-4 ਮੁੰਡੇ, ਮਤਲਬ ਜਿਹੜੇ ਸਟੇਸ਼ਨ ਆਪਣੇ 3 ਦੇ ਸਲੀਪ ਬੈਠਣ ਦੀ ਜਗ੍ਹਾ ਹੁੰਦੀ ਹੈ, 3 ਸਾਹਮਣੇ ਬੈਠਨੇ, ਅਸੀਂ 3-4 ਬੰਦੇ ਉਤਰ ਕੇ ਚਲੋ ਚਾਹ ਕॉफ़ी या कुछ नाश्ता मिल जाए तो देखे, तो जस्ट बॉट 1 ग्लूकोज पैकेट एंड पैसे दे रहा सी, ते भीड़ सी, मतलब क्योंकि दूरों हथ करके उन्हें पकड़ाया, पैसे दिते, तो पर उत्थे रेडियो लगा हुआ सी और भीड़ इस करती सी, कोई खरीद नहीं रहा सी, पर दे वर लिसनिंग टू द रेडियो। और मेरा ध्यान सी कि मैं लैके फटाफट गड्डी च जावां ताकि यह ना होए गड्डी टुर पवे, ਤੇ ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਲੈ ਕੇ ਨਿਕਲਿਆ ਵਾਂ, ਹਲੇ ਆਪਣੇ ਬੋਗੀ ਵੱਲ ਮੂੰਹ ਆਇਆ ਤੇ ਮੈਨੂੰ ਪਿੱਛੋਂ ਦੀ ਆਈ ਵਾਜ਼ ਅਟੈਕਡ, ਲਾਈਕ ਜਿਸ ਤਰ੍ਹਾਂ ਕਿ ਮੌਬ ਮਾਰਦਾ ਹੈ, ਇੱਕ ਕੁਝ ਸਮਝ ਨਹੀਂ ਆਇਆ ਕਿੱਥੇ ਕੌਣ ਮਾਰਦਾ ਪਿਆ, ਔਰ ਮੈਂ ਡਿੱਗ ਪਿਆ ਤੇ ਆਪਣੇ ਮੈਂ ਮੂੰਹ ਦੇ ਭਾਰ ਡਿੱਗਾ, ਜਿਵੇਂ ਬਸ ਮੂੰਹ ਦੇ ਭਾਰ ਡਿੱਗਾ ਨਾ ਤੇ ਸੁੰਨ ਕਰਕੇ ਇੱਕਦਮ ਸਿਰ ਹੋ ਗਿਆ, ਤੇ ਕੁਝ ਜਿਸ ਤਰ੍ਹਾਂ ਲਿਸ਼ਕਾਰਾ ਜਿਹਾ ਕੁਝ ਦਿਸਦਾ ਨਹੀਂ, ਪਰ ਇਤਨਾ ਹੈ ਯਾਦ ਹੈ ਮੈਨੂੰ 2-4 ਜਿਸ ਤਰ੍ਹਾਂ ਕਿ ਕੋਈ ਪਹਾੜ ਡਿੱਗਦਾ ਨਾ ਤੁਹਾਡੀ ਅੱਖਾਂ ਦੇ ਅੱਗੇ, ਮੈਂ ਮੂੰਹ ਉੱਪਰਲੇ ਪਾਸੇ ਕਰਾਂ ਤੇ ਜੁੱਤੀਆਂ ਦੇ ਸੋਲ ਮੇਰੇ ਮੂੰਹ ਤੇ ਪੈ ਰਹੇ ਸਨ, ਤੇ ਮੇਰਾ ਹੱਥ ਉੱਤੇ ਗਿਆ ਕਿ ਮੇਰੀ ਪੱਗ ਨਾ ਡਿੱਗ ਪਵੇ, ਤੇ ਮੈਂ ਪੱਗ ਫੜਨ ਦੀ ਕੋਸ਼ਿਸ਼ ਕਰਾਂ ਔਰ ਮੇਰੇ ਹੱਥਾਂ ਤੇ ਔਰ ਮੂੰਹ ਤੇ ਔਰ ਨੱਕ ਤੇ ਜਿਸ ਤਰ੍ਹਾਂ ਕਿ ਸੋਲ ਦੇ ਜਿਹੜੇ, ਮੈਂ ਕਹਿ ਨਹੀਂ ਸਕਦਾ, ਪਰ ਇਟ ਵਾਜ਼ ਲਾਈਕ, ਮੈਂ ਕਹਿ ਰਿਹਾ ਨਾ, ਉਹ ਮੈਨੂੰ ਫੀਲਿੰਗ ਕਦੀ ਨਹੀਂ ਆਈ ਦੁਬਾਰਾ, ਪਰ ਉਹ ਯਾਦ ਰਹਿੰਦਾ ਹਮੇਸ਼ਾ ਕਿ ਜਿਸ ਤਰ੍ਹਾਂ ਮੇਰੇ ਤੇ ਕੋਈ ਪਹਾੜ ਪੈ ਜਾਂਦਾ ਔਰ ਆਈ ਕੈਨ ਨਾਟ ਮੂਵ, ਮੇਰਾ ਸਿਰ ਦਬ ਗਿਆ ਥੱਲੇ ਇੱਕਦਮ। ਇਸ ਤਰ੍ਹਾਂ ਹੁੰਦੇ ਇੱਕਦਮ ਅਚਾਨਕ ਮੈਨੂੰ ਜ਼ੋਰ ਦੀ ਆਵਾਜ਼ ਆਈ, ਕਿਧਰ ਹੈ ਰੁਪਿੰਦਰ? ਮੇਰਾ ਦੋਸਤ ਜਿਹੜਾ ਮੇਰੇ ਨਾਲ ਨਿਕਲਿਆ ਸੀ, ਮਤਲਬ ਜਿਹੜੇ ਅਸੀਂ ਬੈਠੇ ਸੀ ਇਕੱਠੇ, ਤੇ ਉਹ ਨਿਕਲਿਆ ਸੀ, ਤੇ ਉਹ ਆਪਣਾ ਚਾਹ ਵਗੈਰਾ ਲੈ ਕੇ ਉਹ ਸ਼ਾਇਦ ਪਹੁੰਚ ਗਿਆ ਡੱਬੇ ਤੇ, ਔਰ ਮੈਂ ਫੜੇ ਗਿਆ ਔਰ ਉਹਨੂੰ ਪਤਾ ਹੀ ਨਹੀਂ, ਔਰ ਮੇਰੇ ਖਿਆਲ ਮੈਨੂੰ ਕੁੱਟਦੇ ਪਏ ਸਨ ਤੇ ਮੌਬ ਵਿੱਚ ਉਹਨੂੰ ਦਿਖਾਈ ਨਹੀਂ ਦਿੱਤਾ, ਤੇ ਜੋ ਹੀ ਉਹਨੇ ਆਵਾਜ਼ ਮਾਰੀ ਕਿਧਰ ਹੈ, ਤਾਂ ਮੈਨੂੰ ਸਮਝ ਨਹੀਂ ਆਇਆ, ਮੈਂ ਹੱਥ ਇਸ ਤਰ੍ਹਾਂ ਕੀਤਾ, ਕਿਹੜੇ ਪਾਸੇ ਕੀਤਾ, ਕੀ ਕੀਤਾ, ਪਰ ਉਹ ਮੌਬ ਦਾ ਧਿਆਨ ਉਸ ਪਾਸੇ ਗਿਆ ਕਿ ਉਹਨੇ ਆਵਾਜ਼ ਮਾਰੀ ਜਿਸ ਬੰਦੇ ਨੇ, ਔਰ ਮੇਰੀ ਵੀ ਅੱਖ ਉੱਥੇ ਮਿਲੀ, ਔਰ ਉਹ ਮੇਰੀ ਅੱਖਾਂ ਦੇ ਸਾਹਮਣੇ ਮੇਰਾ ਦੋਸਤ ਖੜਾ ਸੀ ਕਿ ਡੱਬੇ ਦੇ ਦਰਵਾਜ਼ੇ ਦੇ ਉੱਤੇ, ਔਰ ਉਹਨੇ ਹੱਥ ਕੀਤਾ, ਜਲਦੀ ਆ ਗਾੜੀ ਚੱਲ ਰਹੀ ਹੈ, ਸਮਥਿੰਗ ਲਾਈਕ ਦੈਟ। ਇਸ ਤਰ੍ਹਾਂ ਇੰਨਾ ਕੁਝ ਮੈਨੂੰ ਸੁਣਨ ਨੂੰ ਨਹੀਂ ਆਇਆ, ਪਰ ਉਹਦਾ ਹੱਥ ਦਾ ਇਸ਼ਾਰਾ ਸੀ ਇੱਕ ਲਿਮਕ ਦਾ, ਤੇ ਮੈਂ ਬਸ ਉਹਦੇ ਵੱਲ ਵੇਖਿਆ ਔਰ ਮੈਂ ਉੱਠ ਕੇ ਦੌੜਿਆ ਉਹਦੇ ਵੱਲ, ਔਰ ਰੱਬ ਦਾ ਭਾਣਾ ਕਹਿ ਲਓ, ਕੀ ਕਹਿ ਲਓ, ਸਾਰਿਆਂ ਨੂੰ ਉੱਧਰ ਦੇਖਿਆ ਔਰ ਰੁਕ ਗਿਆ, ਔਰ ਮੈਂ ਉੱਥੇ ਦੇਖਿਆ, ਔਰ ਮੈਨੂੰ ਉਹਨੇ ਬਾਂਹ ਫੜ ਕੇ ਅੰਦਰ ਕਰ ਲਿਆ, ਔਰ ਗੱਡੀ ਚੱਲ ਪਈ। ਜਿਵੇਂ ਗੱਡੀ ਚਲੇਗੀ ਤੇ ਫਿਰ ਅੰਦਰ ਵੜ ਕੇ ਉਹਨੇ ਕਿਹਾ ਕਿ ਰੁਪਿੰਦਰ, ਮੈਂ ਗੁਜਰਾਤੀ ਹਾਂ, ਸਾਡੇ ਨਾਲ ਇਹ ਚੀਜ਼ ਹੋ ਚੁੱਕੀ ਹੈ ਮਹਾਤਮਾ ਗਾਂਧੀ ਵੇਲੇ, ਔਰ ਮੈਂ ਇਹ ਚੀਜ਼ ਸਮਝਣਾ ਵਾ, ਤੈਨੂੰ ਮੈਂ ਬਾਅਦ 'ਚ ਡਿਟੇਲ ਦੱਸਾਂਗਾ, ਤੂੰ ਅੰਦਰ ਚਲਾ ਜਾ। ਉਹ ਮੈਂ ਉੱਪਰ ਬੈਗਸ ਰੱਖੇ ਨੇ ਸਾਡੇ, ਉਹਦੇ ਪਿੱਛੇ ਉੱਪਰ ਸਲੀਪਰ ਤੇ ਵੜ ਕੇ ਲੇਟ ਜਾ, ਔਰ ਉਹ 2 ਟਾਇਰ ਡੱਬਾ ਸੀ, ਵਿਚਕਾਰਲਾ ਕੁਛ ਨਹੀਂ ਹੁੰਦਾ ਸੀ, ਥੱਲੇ ਬੈਠਣ ਦਾ ਔਰ ਉੱਪਰ ਇੱਕ ਬਰਥ ਹੁੰਦਾ ਸੀ, ਤੇ ਉਹਦੇ 'ਚ ਮਤਲਬ 3 ਟਾਇਰ ਵਿੱਚ ਨਾਰਮਲੀ ਸੈਂਟਰ ਬਰਥ ਹੁੰਦਾ ਉੱਪਰ ਸੀ, ਤੇ ਉੱਥੇ ਮੈਂ ਪਿੱਛੇ ਵੜ ਕੇ ਲੇਟ ਗਿਆ। ਪਰ ਹੁਣ ਮੇਰੇ ਦਿਲ 'ਚ ਆਵੇ ਮੈਂ ਪੁੱਛਾਂ ਕਿ ਪਰ
ਕੀ ਹੁੰਦਾ ਕਿ ਨਹੀਂ। ਕਹਿੰਦਾ ਤੂੰ ਚੁੱਪਚਾਪ ਨਾ ਮੇਰੇ ਨਾਲ ਗੱਲ ਕਰੇਗਾ ਕੁਛ ਹੈ, ਮੈਂ ਪੂਨਾ ਆਏਗਾ ਮੈਂ ਤੈਨੂੰ ਦੱਸ ਦਾਂਗਾ, ਤੂੰ ਬਸ ਉੱਥੇ ਉੱਪਰ ਚੁੱਪਚਾਪ ਰਹਿ। ਔਰ ਗੱਡੀ ਹੌਲੀ ਹੌਲੀ ਕਰਦੀ ਹੋਈ ਪੂਨੇ ਘੱਟ ਤੋਂ ਘੱਟ ਪਹੁੰਚਦਿਆਂ ਮਤਲਬ ਪੋ ਫੁੱਟ ਗਈ ਕਹਿ ਲਓ। ਸਵੇਰ ਦੇ 4 ਸਵਾ 4 ਵੱਜ ਗਏ, ਦਿਨ ਚੜ੍ਹਦਾ ਜਿਸ ਤਰ੍ਹਾਂ ਅੰਮ੍ਰਿਤ ਵੇਲਾ ਉਸ ਤਰ੍ਹਾਂ ਹੋ ਗਿਆ। ਬਟ ਵਿਚ ਇਜ਼ ਨੈਵਰ, ਹਮੇਸ਼ਾ ਅਸੀਂ ਲੋਕ ਰਾਤੀ ਲੇਟ ਜਾ ਕੇ ਘਰ ਜਾ ਕੇ ਰੋਟੀ ਖਾਈਦੀ ਸੀ। ਇੰਨਾ ਟਾਈਮ ਲੱਗ ਗਿਆ ਉਹਨੂੰ। ਸਟੇਸ਼ਨ ਤੇ ਉਤਰਿਆ ਤੇ ਬਾਹਰ ਜਾਣ ਲੱਗਿਆ ਤੇ ਉਹੀ ਮੁੰਡੇ ਨੇ ਕਿਹਾ ਮੈਨੂੰ ਕਿ ਬਈ ਮੈਂ ਦੂਜੇ ਪਾਸੇ ਜਾਣਾ, ਤੂੰ ਦੂਜੇ ਪਾਸੇ ਜਾਣਾ ਤੇ ਇੱਕ ਕੰਮ ਕਰ, ਤੂੰ ਆਪਣਾ ਰਿਕਸ਼ਾ ਆਪ ਲੈ ਲੈ, ਮੈਨੂੰ ਨਾ ਪੁੱਛ ਕਿ ਮੈਂ ਤੇਰੇ ਨਾਲ ਕਿਉਂ ਨਹੀਂ ਜਾ ਰਿਹਾ, ਪਰ ਮੈਂ ਚਾਹਾਂਗਾ ਕਿ ਤੂੰ ਸਟੇਸ਼ਨ 'ਚ ਵਾਪਸ ਚਲਾ ਜਾ ਔਰ ਫੋਨ ਕਰ, ਸੇਫਟੀ ਦੇ ਹਿਸਾਬ ਨਾਲ ਜਾ, ਨਾ ਨਿਕਲ ਬਾਹਰ। ਔਰ ਜਿਹੜੀ ਪਿਛਲੇ ਸਟੇਸ਼ਨ ਤੇ ਰੇਡੀਓ ਚੱਲ ਰਿਹਾ ਸੀ, ਤੁਹਾਨੂੰ ਯਾਦ ਹੈ ਕੀ ਖਬਰ ਸੀ ਰੇਡੀਓ ਤੇ, ਕਿਸ ਤਰ੍ਹਾਂ ਦੀ ਨਿਊਜ਼ ਸੀ? ਮੈਂ ਵਾਪਸ ਰਿਕਸ਼ੇ ਤੋਂ ਸਟੇਸ਼ਨ ਪੁਣੇ 'ਚ, ਮੈਂ ਜਿਸ ਤਰ੍ਹਾਂ ਮੈਂ ਦੱਸਿਆ ਸਟੇਸ਼ਨ ਚਲਾ ਗਿਆ ਔਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਘਰ ਨੂੰ ਜਾਵਾਂ, ਪਰ ਉਹ ਮੈਂ ਇਮੀਡੀਏਟ ਨਹੀਂ ਜਾ ਸਕਿਆ। ਮੈਨੂੰ ਰੇਲਵੇ ਪੁਲਿਸ ਹੀ ਉੱਥੇ ਫੜ ਕੇ ਅੰਦਰ ਲੈ ਗਈ ਵਾਪਸ, ਔਰ ਆਮ ਸਟੇਸ਼ਨ ਮਾਸਟਰ ਦੇ ਰੂਮ 'ਚ ਲੈ ਕੇ ਜਾਂਦੇ ਨੇ, ਮੈਨੂੰ ਨਹੀਂ ਪਤਾ ਇਸ ਵੇਲੇ ਕਿਹੜੇ ਰੂਮ 'ਚ ਲੈ ਕੇ ਗਏ, ਪਰ ਮੇਰਾ ਇੱਕ ਕੱਪੜਾ, ਕੱਛਾ, ਬਨੈਨ, ਸਭ ਕੁਝ ਕਹਿ ਲਓ ਜਾਂ ਜੋ ਵੀ ਤੋਲਿਆ, ਹਰ ਇੱਕ ਚੀਜ਼ ਉਹਨਾਂ ਨੇ ਮੇਰੇ ਬੈਗ ਦੇ ਪੇਪਰ ਛਾਨ ਕੇ 1.5-2 ਘੰਟਾ ਮੇਰਾ ਸਿਰ ਖਾਦਾ। ਔਰ ਮੈਂ ਛੋਟੀ ਸਰੀ ਸਾਹਿਬ ਜਿਹੜੀ ਬੈਗ ਵਿੱਚ ਰੱਖਿਆ ਕਰਦਾ ਸੀ ਨਾਲ ਹਮੇਸ਼ਾ, ਕਿਉਂਕਿ ਆਪਣੇ ਪਾ ਕੇ ਟਾਈ ਕੋਟ ਦੇ ਨਾਲ ਪਾ ਕੇ ਨਹੀਂ ਜਾਂਦਾ ਸੀ, ਪਰ ਮੈਂ ਬੈਗ 'ਚ ਹੁੰਦੀ ਸੀ। ਉਹਦੇ ਪਿੱਛੇ ਲੱਗ ਕੇ ਬੜੀ ਦੇਰ ਬਹਿਸ ਕਰਦਾ ਰਿਹਾ ਤੇ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਕਿਸੇ ਨਾ ਤਰੀਕੇ ਨਾਲ ਜਾਣ ਦਿੱਤਾ ਤੇ ਮੈਂ ਫਿਰ ਪੈਦਲ ਘਰ ਗਿਆ। ਮੈਨੂੰ ਆਪ ਨਹੀਂ ਪਤਾ ਕਿ ਕਿਸ ਹਿੰਮਤ ਨਾਲ ਗਿਆ, ਕਿਉਂਕਿ ਮੈਂ ਉੱਪਰ ਉੱਥੇ ਲਟਕਿਆ ਰਿਹਾ, ਮੈਂ ਸੱਟਾਂ ਵਿੱਚ ਸੀ, ਮੇਰੇ ਅੱਖਾਂ ਮੂੰਹ ਕਾਲੇ ਹੋਏ ਪਏ ਸਨ, ਜਿਸ ਕਰਕੇ ਮੇਰਾ ਦੋਸਤ ਕਹਿ ਰਿਹਾ ਸੀ ਤੂੰ ਜਾਏਂਗਾ ਤਾਂ ਭਾਵੇਂ ਤੂੰ ਨਾਰਮਲ ਨਹੀਂ ਦਿਸਦਾ ਪਿਆ, ਕਿਉਂਕਿ ਨਿਸ਼ਾਨ ਨੀਲ ਪੀਲ ਪੈ ਗਏ ਮੂੰਹ ਤੇ, ਚਿਹਰੇ ਤੇ, ਹੱਥਾਂ ਬਾਹਾਂ ਤੇ, ਜਿਸ ਕਰਕੇ ਨਹੀਂ ਹੋਣ ਦੇ ਬਾਵਜੂਦ ਵੀ ਨਾਰਮਲ ਬੰਦੇ ਨੂੰ ਕੋਈ ਪੁੱਛਦਾ ਨਹੀਂ। ਇਹੋ ਜਿਹੀ ਕੰਡੀਸ਼ਨ 'ਚ ਕੋਈ ਵੀ ਬੰਦਾ ਫੜ ਕੇ ਗੱਲ ਕਰ ਸਕਦਾ, ਕੁਝ ਕਰ ਸਕਦਾ, ਪਰ ਮੈਂ ਉਸ ਤਰ੍ਹਾਂ ਹੀ ਪੈਦਲ ਚਲਾ ਗਿਆ ਘਰ। ਔਰ ਸन्नाटा ਸੀ ਤੇ ਇੱਕ ਹੱਥ 'ਚ ਬੈਗ ਲੈ ਕੇ ਔਰ ਉਸ ਨੂੰ ਲੈ ਕੇ ਘਰ ਪਹੁੰਚ ਗਿਆ ਮੈਂ। ਤੁਹਾਡੇ ਪਰਿਵਾਰ 'ਚ ਜਾਂ ਕੋਈ ਦੋਸਤ ਮਿੱਤਰ ਜਿਹਨੂੰ ਜਿਹੜਾ ਜਿਹਦੇ ਤੇ ਅਟੈਕ ਹੋਇਆ ਜਾਂ ਵਾਇਲੈਂਸ ਦਾ ਸ਼ਿਕਾਰ ਹੋਇਆ ਕੋਈ ਸੀ? ਇਸ ਤਰ੍ਹਾਂ ਤਾਂ ਨਹੀਂ, ਮੈਂ ਘਰ ਗਿਆ ਤੇ ਡੈਡੀ ਜੀ ਘਰ ਨਹੀਂ ਸਨ, ਕਿਉਂਕਿ ਉਹ ਡਿਊਟੀ ਤੇ ਸਨ ਤੇ ਉਹ ਆਏ ਨਹੀਂ 4-5 ਦਿਨ ਘਰ, ਔਰ ਮੈਂ ਵੀ ਕੰਮ ਤੇ ਨਹੀਂ ਗਿਆ 4-5 ਦਿਨ ਜੋ ਵੀ ਹੋਇਆ। ਪਰ ਇਤਨਾ ਹੈ ਕਿ ਪਤਾ ਲੱਗਾ ਕਿ ਡੈਡੀ ਜੀ ਨੂੰ ਵੀ ਮਤਲਬ ਆਪਣੇ ਜਿੱਥੇ ਕੰਮ ਕਰਦੇ ਸਨ ਉੱਥੇ ਉਹਨਾਂ ਦਾ ਕੋਈ ਰਨਿੰਗ ਰੂਮ, ਸਟੇਇੰਗ ਰੂਮ ਹੁੰਦਾ, ਉੱਥੇ ਹੀ ਉਹ ਰਹੇ ਔਰ ਉਹਨਾਂ ਨੂੰ ਉੱਥੇ ਹੀ ਰੱਖਿਆ ਉਹਨਾਂ ਨੇ। ਪਰ 5ਵੇਂ ਦਿਨ ਉਹਨਾਂ ਨੇ ਮਤਲਬ ਜਦੋਂ ਘਰ ਆਏ ਉਦੋਂ ਉਹਨਾਂ ਨੇ ਇਹ ਦੱਸਿਆ ਕਿ ਪਿੱਛੋਂ ਕੋਈ ਪੁਲਿਸ ਵੀ ਆਈ, ਕੁਛ ਆਏ, ਪਰ ਉਹਨਾਂ ਨੇ ਅਫਸਰਾਂ ਨੇ ਉਹਨਾਂ ਨੇ ਦੱਸਿਆ ਕਿ ਪਤਾ ਨਹੀਂ ਕੀ ਇਨਕੁਆਇਰੀ ਕੀਤੀ ਉਹਨਾਂ ਦੀ, ਕਿ ਜੇ ਉਹਨਾਂ ਨੇ ਠੀਕ ਰਿਪੋਰਟ ਨਾ ਦਿੱਤੀ ਹੁੰਦੀ ਜਾਂ ਕੁਝ ਗਲਤ ਕਿਸੇ ਨੇ ਦੇ ਦਿੱਤੀ ਹੁੰਦੀ, ਐਕਚੁਅਲੀ ਦਿੱਤੀ, ਜਿਸ ਕਰਕੇ ਉਹ ਬਚ ਕੇ ਕਿਉਂਕਿ ਹੀ ਵਾਜ਼ ਔਨ ਡਿਊਟੀ। ਉਹਨਾਂ ਨੇ ਮਤਲਬ ਉਹਦਾ ਪੂਰਾ ਰਿਕਾਰਡ ਮੇਰੇ ਡੈਡੀ ਦਾ ਉਹਨਾਂ ਨੇ 3-4 ਦਿਨ ਰਾਈਟ ਫਰੋਮ ਜਨਵਰੀ ਟੂ ਅਕਤੂਬਰ ਚੈੱਕ ਕੀਤਾ, ਕਿੰਨੇ ਵਜੇ ਕੰਮ ਤੇ ਆਉਂਦੇ ਸਨ ਔਰ ਕਿੰਨੇ ਵਜੇ ਘਰ ਜਾਂਦੇ ਸਨ, ਔਰ ਜੋ ਟਾਈਮ ਉਹਨਾਂ ਨੇ ਸਵਾਲ ਕੀਤਾ ਸੀ ਉਸ ਟਾਈਮ ਤੇ ਪਾਇਆ ਗਿਆ ਕਿ ਉਹ ਜੌਬ ਤੇ ਸਨ, ਜਿਸ ਕਰਕੇ ਉਹਨਾਂ ਨੂੰ ਉਹ ਮੇਰੇ ਡੈਡੀ ਦੇ ਅਫਸਰ ਨੇ ਡੈਡੀ ਨੂੰ ਮਿਲਣ ਤੋਂ ਮਨਾ ਕਰ ਦਿੱਤਾ ਕਿ ਹੀ ਸਟਿਲ ਔਨ ਡਿਊਟੀ, ਯੂ ਕੈਨੋਟ ਡੂ ਐਨੀਥਿੰਗ ਬਿਕਾਜ਼ ਮੇਰਾ ਬਿਆਨ ਹੈ ਐਂਡ ਹੀ ਸਾਈਨਡ ਇਟ, ਜੋ ਮੇਰੇ ਡੈਡੀ ਨੂੰ ਉਹਨਾਂ ਨੇ 5 ਦਿਨ ਬਾਅਦ ਦੱਸਿਆ ਔਰ ਡੈਡੀ ਘਰ ਆ ਗਏ। ਤੁਹਾਡੇ ਖਿਆਲ 'ਚ ਜੋ ਤੁਹਾਡੇ ਤੇ ਅਟੈਕ ਹੋਇਆ ਜਾਂ ਜਿਹੜਾ ਵਾਇਲੈਂਸ ਹੋ ਰਿਹਾ ਸੀ, ਤੁਹਾਨੂੰ ਕੀ ਲੱਗਦਾ ਹੈ ਕੌਣ ਉਹਦੇ ਪਿੱਛੇ ਸੀ ਜਾਂ ਕੌਣ ਕਰਾ ਰਿਹਾ ਸੀ? ਆਫਟਰ ਮੈਂ ਵਾਪਸ ਉਸ ਜਗ੍ਹਾ ਤੇ ਟੂਰ ਤੇ ਹਰ ਦੂਜੇ ਹਫਤੇ ਜਾਇਆ ਕਰਦਾ ਸੀ, ਆਫਟਰ 15 ਡੇਜ਼ 3rd ਵੀਕ 4th ਵੀਕ ਜਾਇਆ ਕਰਦਾ ਸੀ। ਐਤਕੀ 2 ਟੂਰ ਮੈਂ ਮਿਸ ਕੀਤੇ ਐਂਡ ਆਈ ਵੈਂਟ ਔਨ ਦਾ 3rd ਮੰਥ
ਤੇ ਜਦੋਂ ਮੈਂ ਗਿਆ ਸੀ ਤੇ ਉੱਥੇ ਇੱਕ ਐਸੋਸੀਏਸ਼ਨ ਸੀ ਜਿਹੜੀ ਮਤਲਬ ਜੋ ਸਾਡੇ ਮਤਲਬ ਜਿਸ ਤਰ੍ਹਾਂ ਦੂਸਰੇ ਰਿਪਰੈਜ਼ੈਂਟੇਟਿਵ ਸੇਲਸ ਦੇ ਮਾਰਕੀਟਿੰਗ ਦੇ ਹੈ, ਉਹਨਾਂ ਨੇ ਜਿਸ ਤਰ੍ਹਾਂ ਕਿ ਮੇਰੀ ਕੰਡੋਲੈਂਸ ਮੀਟਿੰਗ ਕਰ ਦਿੱਤੀ ਹੋਈ ਕਿਰਲੋਸਕਰ ਵਾਲੀ 'ਚ ਇਸ ਤਰ੍ਹਾਂ ਪਤਲਾ ਜਿਹਾ ਇਸ ਹਾਈਟ ਦਾ ਇੰਨੇ ਸਰਦਾਰ ਦੀ ਡੈਥ ਹੋ ਗਈ ਇਸ ਤਰ੍ਹਾਂ ਮਾਰਿਆ ਗਿਆ ਕਰਕੇ ਖਬਰ ਸੀ ਪੇਪਰ 'ਚ, ਤੇ ਇਸ ਕਰਕੇ ਉਹਨਾਂ ਨੇ ਕੀਤੀ। ਬਟ ਮੈਂ ਦੇਖਿਆ ਕਿ ਪਤਾ ਜਦੋਂ ਉਹਨਾਂ ਨੇ ਮੈਨੂੰ ਵੇਖਿਆ ਫਿਰ ਪਤਾ ਚੱਲਿਆ ਕਿ ਉੱਥੇ ਹੀ ਗੱਡੀ 'ਚ ਕੋਈ ਦੂਜੀਆਂ ਬੋਗੀ 'ਚੋਂ ਕੋਈ ਹੋਰ ਸਰਦਾਰ ਸੀ, ਉਹ ਵਿਚਾਰਾ ਮਾਰਿਆ ਗਿਆ ਸੀ। ਮੇਰੇ ਖਿਆਲ ਨਾਲ ਮੇਰੇ ਕੰਟੈਕਟ ਵਿੱਚ ਤੇ ਉਹੀ ਵਿਕਟਮ ਸੀ ਜੋ ਨੇੜੇ ਸੀ। ਬਾਕੀ ਜੋ ਨਿਊਜ਼ ਤੇ ਸੁਣਦੇ ਸੀ ਅਸੀਂ ਲੋਕ ਉਹੀ BBC ਤੇ ਖਾਸ ਆਈ ਸੀ ਨਿਊਜ਼ ਜਿਸ ਤਰ੍ਹਾਂ ਪਲਵਲ ਦੀ ਜੋ ਮੇਰੀ ਵਾਈਫ ਨੇ ਦੱਸੀ ਹੈ, ਉਹ ਉਹਨਾਂ ਦਿਨਾਂ ਵਿੱਚ ਹੀ 3rd day ਇਟ ਵਾਜ਼ देयर ਔਨ ਦ ਰੇਡੀਓ ਕਿ ਗੁੱਡ ਹਾਂ। ਐਂਡ ਆਫਟਰ ਦੈਟ ਜੋ ਸਟੇਸ਼ਨ ਤੇ ਜੇਲਮ ਆਉਂਦੀ ਸੀ ਸਾਡੀ ਗੱਡੀ, ਪੂਨੇ ਤੋਂ ਜੇਲਮ ਐਕਸਪ੍ਰੈਸ ਚੱਲਦੀ ਸੀ, ਜੋ ਜੇਲਮ ਆਉਂਦੀ ਸੀ ਉਹਦੇ 'ਚ ਹਮੇਸ਼ਾ ਬੋਗੀਜ਼ ਵਿੱਚ ਬਲੱਡ ਦੇ ਸਮੈਲ ਆਉਂਦੀ ਸੀ, ਈਵਨ ਇਫ ਦੇਰ ਵਾਜ਼ ਨੋ ਸਾਈਨ ਆਫ ਕਿਸੇ ਦੀ ਬੋਡੀ ਜਾਂ ਡੈਥ ਜਾਂ ਕੁਛ ਹੈ ਜੀ, ਪਰ ਇਟ ਵਾਜ਼ ਸਮੈਲਿੰਗ ਬਲੱਡ। ਦੈਟਸ ਵਾਟਸ ਗੁਰਦੁਆਰੇ 'ਚ ਉਹਨਾਂ ਨੇ ਕਿਹਾ ਸੀ ਕਿ ਬਈ ਹਾਂ ਉੱਥੇ ਇਸ ਤਰ੍ਹਾਂ ਜੇ ਤੁਹਾਡੇ ਕਿਸੇ ਬੰਦੇ ਦੀ ਰਿਜ਼ਰਵੇਸ਼ਨ ਹੈ ਜਾਂ ਰਿਟਰਨਿੰਗ ਔਨ ਦੋਜ਼ ਡੇਜ਼ ਫਾਈਂਡ ਆਊਟ ਐਂਡ ਪਤਾ ਕਰੋ ਕੌਣ ਸੀ। ਜਿਨ੍ਹਾਂ ਨੇ ਤੁਹਾਡੇ ਤੇ ਅਟੈਕ ਕੀਤਾ ਸਟੇਸ਼ਨ ਤੇ, ਡੂ ਯੂ ਥਿੰਕ ਦੈਟ ਵਾਜ਼ ਅ ਮੌਬ ਔਰ ਉਕਸਾਏ ਹੋਏ ਆਮ ਲੋਕ ਸੀ? ਐਸਾ ਪਤਾ ਨਹੀਂ ਲੱਗਾ। ਮਾਈ ਫੀਲਿੰਗ ਵਾਸ ਕਿ ਉਹਨਾਂ ਨੇ ਪੱਗ ਵੇਖ ਕੇ ਬਸ ਇਹ ਪੱਗ ਨੂੰ ਖ਼ਤਮ ਕਰਨਾ ਹੈ, ਪੱਗ ਵਾਲੇ ਨੂੰ ਖ਼ਤਮ ਕਰਨਾ ਹੈ, ਇਹ ਪੱਗ ਵਾਲਾ ਸਾਡਾ ਦੁਸ਼ਮਣ ਹੈ, ਜਾਂ ਜਿਸ ਤਰ੍ਹਾਂ ਕੋਈ ਮਤਲਬ ਆਪਣੇ ਅੰਦਰੋਂ ਅੱਗ ਕੱਢਦਾ ਪਿਆ ਹੈ। And I don't know what they have been told, what happened, but they were trying. Otherwise, I didn't know who they are. ਮੈਨੂੰ ਨਹੀਂ ਪਤਾ ਸੀ ਕੌਣ ਹੈ, ਨਾ ਉਹ ਮੈਨੂੰ ਜਾਣਦੇ ਨੇ ਨਾ ਨਾਲ। They were definitely incited. They were incited and they were having a big rage in them, you know, ਜਿਸ ਤਰ੍ਹਾਂ ਕਿ ਅੱਖਾਂ ਦਿਖਾ ਰਹੀਆਂ ਸਨ ਕਿ ਬਈ ਖਤਮ ਚੂਸ ਦੇਣਾ ਇਹਨੂੰ। ਔਰ ਉਹ ਪੱਗ ਦੇਖ ਕੇ ਹੀ ਜਿਸ ਤਰ੍ਹਾਂ ਕਿ ਜੋ ਨਾਰਮਲੀ ਬੰਦਾ ਹੁੰਦਾ ਹੈ ਕਿ ਅਟਰੈਕਟ ਹੁੰਦਾ ਹੈ ਨਾ ਜਿਸ ਤਰ੍ਹਾਂ ਕੋਈ ਚੀਜ਼, ਉਸ ਤਰ੍ਹਾਂ ਪੱਗ ਦੇਖ ਕੇ ਚਾਰੋਂ ਪਾਸੇ ਜਿਸ ਤਰ੍ਹਾਂ ਮੇਰੇ ਤੇ ਟੁੱਟ ਪਏ, ਔਰ ਮੇਰੇ ਦੋਸਤ ਨੂੰ ਦਿਖਾਈ ਨਹੀਂ ਦਿੱਤਾ ਮੈਂ ਕਿੱਥੇ ਵਾਂ, ਯੂ ਨੋ। ਔਰ ਕੁਦਰਤ ਦੀ ਜੋ ਸੀ ਕਿ ਉਹਨੇ ਆਵਾਜ਼ ਮਾਰੀ ਔਰ ਮੈਂ ਨਿਕਲ ਗਿਆ। So after this, did you continue living in Pune or you left the city and relocated? You can see from the people's eyes, and because I was working in a private industry, no doubt my dad was in the government job, but again, as I said, my dad's record was also checked, and he was already promoted at which level. After that, the promotion did not came, you know, and even if he was clear of record, but then things were like that ਜਿਸ ਤਰ੍ਹਾਂ ਕਿ ਬੰਦਾ ਕਹਿੰਦਾ ਕਿ ਇਹਨੂੰ ਜੇ ਮੈਂ ਪ੍ਰਮੋਟ ਕੀਤਾ ਤੇ ਆਈ ਵਿਲ ਬੀ ਲੁੱਕ ਡਾਊਨ ਕਿ ਇਹਨੂੰ ਕਿਉਂ ਕਰ ਦਿੱਤਾ, ਸਮਥਿੰਗ ਲਾਈਕ ਦੈਟ ਵਰ ਹੈਪਨਿੰਗ, ਬਟ ਇਟ ਵਾਜ਼ ਨਾਟ ਸੈਡ, ਇਟ ਵਾਜ਼ ਅ ਫੀਲਿੰग्स। सेकेंडली व्हेन यू गो टू द क्लाइंट दे विल ऑलवेज आस्क यू नो और क्या हो रहा है उसका, आपका कैसा हो रहा है, फिर क्या सोच रहे हो, क्या कर रहे हो, and I had never had answers. I never had answers for that. I used to always cut it short and say it's the same news for you what it is for me because I am living here. That used to be answer. ਉਹ ਇੱਕ ਗੱਲ ਕਹਿ ਕੇ ਨਿਕਲ ਜਾਂਦਾ ਸੀ, ਪਰ ਉਹ ਜੋ ਕੋਈ ਚੀਜ਼ ਕਹਿ ਦਿੰਦਾ ਸੀ ਉਹ ਫਿਰ ਉਹ ਰਾਤੀ ਨੀਂਦਰ ਨਹੀਂ ਆਣੀ, ਚੈਨ ਨਹੀਂ ਆਣਾ, ਪਰ you have to survive. Anything you'd like to add about 30 years later, the generation that's trying to understand 84, anything you'd like to say? '84 ਵਿੱਚ ਸਾਨੂੰ ਬਹੁਤ there are two things I have seen ਕਿ ਪੱਗ ਵੇਖ ਕੇ ਮਾਰਨਾ ਹੈ। ਮੈਂ ਕਿਸੇ ਨੂੰ ਕੁਛ ਨਹੀਂ ਦੋਸ਼ ਦਾਂਗਾ ਜਿਨ੍ਹਾਂ ਨੇ ਪੱਗਾਂ ਲਾਈਆਂ ਨੇ ਜਾਂ ਜਾਨਾਂ ਬਚਾਈਆਂ ਨੇ, ਮਾਵਾਂ ਨੇ, ਪਾਪਾ ਜੀ ਨੇ ਜਾਂ ਬੱਚਿਆਂ ਨੇ, ਭਰਾਵਾਂ ਨੇ, ਕਈਆਂ ਨੇ ਬੱਚਿਆਂ ਦੇ ਕੇਸ ਕਤਲ ਕਰਕੇ ਜਾਨਾਂ ਬਚਾਈਆਂ।
ਕਈਆਂ ਦੀਆਂ ਧੀਆਂ ਭੈਣਾਂ ਨੇ ਕੁਛ ਵੀ ਜੋ ਵੀ ਹੋਇਆ ਦੇ ਹੈਡ ਟੂ ਗੈਟ ਮੈਰਿਡ ਟੂ ਸਮ ਅਦਰ ਪੀਪਲ ਦੋਜ਼ ਹੂ ਲੋਸਟ ਮੇਲ ਫੀਮੇਲ, ਜੋ ਮੈਂ ਦੇਖਿਆ ਮਤਲਬ ਆਮ ਆਪਣੇ ਆਲੇ ਦੁਆਲੇ, ਕਿਉਂਕਿ ਉਹਨਾਂ ਨੂੰ ਸਪੋਰਟ ਵਾਲਾ ਕੁਝ ਨਹੀਂ ਸੀ, ਦੇ ਵੈਂਟ ਇਨਟੂ ਡਿਫਰੈਂਟ ਕਮਿਊਨਿਟੀ। ਪਰ ਮੈਂ ਕਹਾਂਗਾ ਕਿ ਅੱਜ ਵੀ ਤੁਸੀਂ ਆਪਣੇ ਆਪ ਨੂੰ ਸੰਭਾਲੋ, ਐਂਡ ਜੇ ਉਹ ਖਤਮ ਕਰਨਾ ਚਾਹੁੰਦੇ ਨੇ ਤੁਸੀਂ ਖਤਮ ਨਾ ਹੋਣ ਦਿਓ, ਆਪਣੇ ਆਪ ਨੂੰ ਸੰਭਾਲੋ, ਕਮ ਬੈਕ। ਐਂਡ I want them to see the same numbers are there, even if they have chopped us out, we are still there। ਐਂਡ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੇ ਕਹਿੰਦੇ ਨੇ ਕਿ ਗਲਤ ਚੀਜ਼ ਜੋ ਹੁੰਦੀ ਹੈ ਨਾ ਉਹ ਆਂਦੀ ਹੈ, ਮਿੱਟੀ ਗੰਦੀ ਹੁੰਦੀ ਹੈ, ਪਰ ਇੱਕ ਦਿਨ ਹਵਾ ਆਏਗੀ, ਉਹ ਸਾਫ਼ ਹੋ ਜਾਏਗੀ, ਉਹ ਤੁਹਾਡਾ ਸੋਨੇ ਦਾ ਲਿਸ਼ਕਾਰਾ ਦਿਸੇਗਾ। ਸੋ ਸ਼ਾਈਨ ਆਊਟ, ਯੂ may have to work hard the way our parents and sisters worked। ਪਾਕਿਸਤਾਨ ਤੋਂ ਬਾਅਦ we came as zero, ਨੌਕਰੀਆਂ ਕਰ ਕਰਕੇ ਰਗੜ ਕੇ ਉੱਪਰ ਆਇਆ, ਔਰ ਉਹ ਚਮਕ ਦਿਸੀ ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਈ। ਤੁਸੀਂ ਫਿਰ ਉਸੇ ਕੌਮ ਦੇ ਬੱਚੇ ਹੋ, ਤੁਸੀਂ ਆਓ ਚਮਕੋ। You may have to work 1.5 times more than others, but nobody can stop you. Nobody can stop you. As I mentioned previously, अपनी रिकॉर्डिंग विच मैं रुपिंदर हाँ, मेरी उम्र इस वक्त 54 ईयर्स है। 84 च मैं I was about 24 years of old age। कुछ चीज़ां ਇਹੋ ਜਿਹੀਆਂ ਹੋਈਆਂ ਕਿ ਕੁਝ ਚੀਜ਼ਾਂ ਬੰਦਾ ਗੱਲਾਂ ਨਹੀਂ ਕਰਨਾ ਚਾਹੁੰਦਾ। ਕਈਆਂ ਦੀ ਕੰਪਲੇਨ ਹੈ ਕਿ ਕੰਪਲੇਨ ਨਹੀਂ ਕਵਾਂਗਾ, ਕਈਆਂ ਦੇ ਸਵਾਲ ਉੱਠਦੇ ਨੇ ਕਿ ਸਾਨੂੰ 84 ਚ ਕੀ ਹੋਇਆ ਦੱਸਿਆ ਨਹੀਂ ਗਿਆ। ਇਸ ਕਰਕੇ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਕਿ ਕੁਝ ਦੱਸਣ ਲਾਇਕ ਹੀ ਨਹੀਂ ਹੁੰਦੀਆਂ। ਇਹ ਨਹੀਂ ਮੈਨੂੰ ਪਤਾ ਕਿ ਪਹਿਲੇ ਇਹ ਚੀਜ਼ ਹੋਈ ਮੇਰੇ ਨਾਲ ਕਿ ਪਹਿਲੇ ਇਹ ਸੋਚ ਆਈ ਮੇਰੇ ਦਿਮਾਗ ਵਿੱਚ। ਸੋਚ ਇਹ ਵੇ ਕਿ 84 ਚ ਕਈਆਂ ਦੀ ਜਾਨਾਂ ਗਈਆਂ, ਸਭ ਨੂੰ ਪਤਾ ਹੈ, ਕਿਉਂਕਿ ਹਰ ਵਾਰੀ ਅਸੀਂ ਹਿਸਟਰੀ 'ਚ ਇਹ ਜ਼ਿਕਰ ਸੁਣਿਆ ਹੈ। ਹਾਲਾਂਕਿ 84 ਵਿੱਚ ਕਿ ਸਿੱਖਾਂ ਨੂੰ ਫੜ ਕੇ ਮਾਰਿਆ ਗਿਆ, ਪਰਿਵਾਰਾਂ ਨੂੰ ਸਾੜਿਆ ਗਿਆ, ਘਰਾਂ ਨੂੰ ਬਰਬਾਦ ਕਰ ਦਿੱਤਾ ਗਿਆ। ਪਰ ਇਹ ਸੋਚ ਕਿ ਕੁੜੀਆਂ ਦਾ ਕੀ ਹੋਇਆ, ਬੀਬੀਆਂ ਦਾ ਕੀ ਹੋਇਆ, ਭੈਣਾਂ ਦਾ ਕੀ ਹੋਇਆ, ਕਿ ਉਹ ਵਾਪਸ ਆਪਣੇ ਪਰਿਵਾਰ 'ਚ ਗਈਆਂ ਜਾਂ ਰਿਸ਼ਤੇਦਾਰਾਂ ਨੂੰ ਮਿਲੀਆਂ। ਲਿਵਿੰਗ ਅਵੇ ਸਮ ਵਿਡੋ ਕਾਲੋਨੀ ਪੀਪਲ, ਅਦਰਵਾਈਜ਼ ਯੰਗ ਕੁੜੀਆਂ ਜਿਹੜੀਆਂ ਵਿਛੜੀਆਂ ਉਹ ਕਿੱਥੇ ਗਈਆਂ। ਇਹ ਦਿਮਾਗ ਰਹਿ ਕੇ ਸੋਚਦਾ ਹੈ ਕਦੀ ਕਦੀ। ਮੇਰੇ ਨਾਲ ਹਾਦਸਾ ਕੀ ਹੋਇਆ ਉਹ ਮੈਂ ਤੁਹਾਨੂੰ ਦੱਸਣ ਲੱਗਾ। ਹਾਦਸਾ ਇਹ ਹੋ ਗਿਆ ਕਿ ਭਾਈ ਹਾਦਸਾ ਹੋਇਆ, ਇੱਕ ਕਹਿ ਲਓ ਜਾਂ ਇੱਕ ਚੀਜ਼ ਘਟੀ, ਘਟਨਾ ਘਟੀ। ਮੇਰਾ ਪ੍ਰੋਫੈਸ਼ਨ ਇਹ ਵਜ੍ਹਾ ਸੀ ਕਿ ਮੈਂ ਟਾਈ ਪਾ ਕੇ ਬੈਗ ਲੈ ਕੇ ਮੈਡੀਕਲਸ ਪ੍ਰੋਫੈਸ਼ਨਲ, ਹਾਈਲੀ ਕੁਆਲੀਫਾਈਡ, ਗੁੱਡ ਐਜੂਕੇਟਿਡ, ਵੈਰੀ ਹਾਈ ਪੋਸਟ ਵਾਲੇ ਬੰਦਿਆਂ ਨੂੰ ਜਾ ਕੇ ਮਿਲਿਆ ਕਰਦਾ ਸੀ ਅਤੇ ਆਪਣੀ ਮੈਡੀਸਨਸ ਪ੍ਰਮੋਟ ਕਰਨਾ, ਇਨਫੋਰਮੇਸ਼ਨ ਦੇਣਾ, ਇਹੀ ਕੰਮ ਸੀ। ਇੱਕ ਜਗ੍ਹਾ 'ਤੇ ਇਸ ਤਰ੍ਹਾਂ ਹੋਇਆ ਕਿ ਮੈਂ ਮੈਡੀਸਨ ਅੰਦਰ ਜ਼ਿਕਰ ਕਰਕੇ ਆਇਆ ਬਾਹਰ, ਪਰ ਪਤਾ ਨਹੀਂ ਕਿਉਂ ਕੋਈ ਪ੍ਰਾਣੀ ਵੇਟ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਮੈਂ ਬਾਹਰ ਆਵਾਂ, ਮੇਰੇ ਨਾਲ ਕੁਝ ਗੱਲ ਕਰੇਗਾ। ਉਸ ਪ੍ਰਾਣੀ, ਉਸ ਇਨਸਾਨ, ਉਹ ਲੇਡੀ ਜਿੱਦਾਂ ਕਿ ਉੱਪਰ ਤੋਂ ਲੈ ਕੇ ਅੱਧੇ ਸਰੀਰ ਤੱਕ, ਕਮਰ ਤੋਂ ਥੋੜ੍ਹੇ ਥੱਲੇ ਤੱਕ ਇੱਕ ਇਹੋ ਜਿਹਾ ਕੱਪੜਾ ਪਾਇਆ ਹੋਇਆ ਸੀ ਕਿ ਸਿਰਫ ਤੁਸੀਂ ਜਾਣ ਸਕਦੇ ਸੀ ਕਿ ਉਹ ਲੇਡੀ ਹੈ, ਸੋਹਣੀ ਹੈ ਦਿਸਣ 'ਚ, ਔਰ ਆਪਣੇ ਨਾਰਥ ਇੰਡੀਅਨ ਵਰਗੀ ਲੱਗਦੀ ਸੀ, ਪਰ she was fully covered। she just mentioned ਕਿ ਮੇਰੀ ਇਹ ਪ੍ਰਿਸਕ੍ਰਿਪਸ਼ਨ ਹੈ। ਮੈਨੂੰ ਉਹਨੇ ਪ੍ਰਿਸਕ੍ਰਿਪਸ਼ਨ ਦਿਖਾਈ ਕਿ ਡਾਕਟਰ ਨੇ ਪ੍ਰਿਸਕ੍ਰਿਪਸ਼ਨ ਦਿੱਤੀ ਹੈ, ਮੈਂ ਅਫੋਰਡ ਨਹੀਂ ਕਰ ਸਕਦੀ, ਜੇ ਤੁਸੀਂ ਕੁਝ ਹੈਲਪ ਕਰ ਸਕੋ ਤੇ। ਮੈਂ ਸਮਝ ਗਿਆ ਉਹਦਾ ਹਿੰਟ ਕੀ ਸੀ। ਮੈਂ ਆਪਣਾ ਬੈਗ ਖੋਲ੍ਹਿਆ, ਜਿੰਨੇ ਸੈਂਪਲ ਹੋ ਸਕਦੇ ਸਨ ਉਸ ਦਵਾਈ ਦੇ, ਹਾਲਾਂਕਿ ਉਹ ਐਂਟੀਬਾਇਓਟਿਕ ਸੀ,
ਇਟ ਵਾਸ ਨਾਟ ਆਫ that same brand but it was same chemical। ਸਾਰੇ ਕੱਢ ਕੇ ਮੈਂ ਉਸ ਟੇਬਲ ਤੇ ਰੱਖ ਦਿੱਤੇ ਜਿੱਥੇ ਮੈਂ ਬੈਗ ਰੱਖਿਆ ਸੀ। ਇੱਕ ਰਿਸੈਪਸ਼ਨ ਜਿਹਾ ਹੁੰਦਾ, ਪੇਸ਼ੈਂਟਸ ਚਾਰੋਂ ਪਾਸੇ ਬੈਠਦੇ ਨੇ, ਵਿਚਕਾਰ ਜਗ੍ਹਾ ਹੁੰਦੀ ਹੈ, ਉੱਥੇ ਟੇਬਲ ਦੀ ਤੇ ਨਿਊਜ਼ਪੇਪਰ ਸੇਵ ਪਏ ਹੁੰਦੇ ਨੇ। ਉਸ ਟੇਬਲ ਤੇ ਸਾਰੇ ਸੈਂਪਲਸ ਰੱਖੇ ਨੇ। ਸੈਂਪਲਸ ਰੱਖਣ ਤੋਂ ਬਾਅਦ ਉਸਨੇ ਇੱਕ ਹੱਥ ਨਾਲ ਤੇ ਉਹ ਸੈਂਪਲ ਚੁੱਕਣ ਦੀ ਕੀਤੀ ਦਵਾਈ, ਦੂਜੇ ਹੱਥ ਵਿੱਚ ਉਹਨਾਂ ਦੇ ਕੋਈ ਮਰੋੜਿਆ ਹੋਇਆ ਕੋਈ ਨੋਟ ਜਿਹਾ ਸੀ। ਕਹਿੰਦੀ ਮੇਰੇ ਕੋਲ ਇਤਨਾ ਹੀ ਹੈ, ਮੇਰੇ ਕੋਲ ਕੁਛ। ਮੈਂ ਕਿਹਾ ਨਹੀਂ ਭੈਣੇ, ਰਹਿਣ ਦੇ। ਰੱਬ ਜਾਣਦਾ ਮੇਰੇ ਮੂੰਹ ਭੈਣੇ ਕਿਉਂ ਨਿਕਲਿਆ। ਔਰ ਮੈਂ ਉਸਦੇ ਮੂੰਹ ਵੱਲ, ਅੱਖ ਵੱਲ ਨਜ਼ਰ ਵੀ ਨਹੀਂ ਚੁੱਕੀ ਸੀ ਕਿਉਂਕਿ ਮੇਰੀ ਹਿੰਮਤ ਨਹੀਂ ਪੈ ਰਹੀ ਸੀ। ਪਤਾ ਨਹੀਂ ਕੀ ਹੋਇਆ ਔਰ ਮੇਰੀ ਨਜ਼ਰ ਉਸ ਦਵਾਈ ਤੇ ਸੀ ਜਿਸ ਨੂੰ ਉਹ ਚੁੱਕਦੀ ਪਈ ਸੀ ਇੱਕ ਹੱਥ ਨਾਲ। ਪਰ ਜਿਉਂ ਹੀ ਉਹ ਹੱਥ ਪਰੇ ਹੋਇਆ ਦਵਾਈ ਦਾ, ਉੱਥੇ ਇੱਕ ਬੂੰਦ ਅੱਖਾਂ ਚੋਂ ਅੱਥੋਂ ਵੀ ਡਿੱਗਿਆ, ਜੋ ਮੈਨੂੰ ਨਹੀਂ ਪੈਣੇ ਦਾ ਜਵਾਬ ਲੱਗਾ। ਮੈਨੂੰ ਬੜੀ ਵਾਰੀ ਮਹਿਸੂਸ ਹੋਇਆ ਕਿ 84 ਤੋਂ ਬਾਅਦ ਸ਼ਾਇਦ ਸਾਡੀਆਂ ਧੀਆਂ ਭੈਣਾਂ ਨੂੰ ਕੋਈ ਫੜ ਕੇ, ਕੋਈ ਪੋਲੀਟੀਕਲ ਲੀਡਰਸ ਕੋਈ ਮੂਵ ਕਰਕੇ, ਕਿਉਂਕਿ ਮੈਂ ਮਹਾਰਾਸ਼ਟਰ ਤੋਂ ਬਿਲੋਂਗ ਕਰਨਾ, ਆਮ ਮੈਡੀਕਲ ਟ੍ਰੀਟਮੈਂਟ ਵਾਸਤੇ ਅਰਬ ਜਾਂ ਦੂਜੇ ਬੰਦੇ ਨੇੜੇ ਤੇੜੇ ਇੱਥੇ ਆਉਂਦੇ ਸਨ। ਐਂਡ ਦੇਰ ਆਰ some people being sold, some people being used। and ਮੇਰੇ ਮਨ 'ਚ ਇਹ ਰਹਿੰਦਾ ਸੀ ਰੱਬ ਨਾ ਕਰੇ ਸਾਡੀਆਂ ਧੀਆਂ ਭੈਣਾਂ ਨਾਲ ਕੋਈ ਇਹੋ ਜਿਹਾ ਹੋਵੇ। ਪਰ ਉਹ ਜੋ ਟਪਕਿਆ ਆਂਸੂ, ਉਹ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਿਸੇ ਦੇ ਖੂਨ ਦੇ ਆਂਸੂ ਨੇ ਜਾਂ ਕਿਸੇ ਨੂੰ ਆਪਣੇ ਭਰਾ ਦੀ ਯਾਦ ਕਰਾਉਂਦੇ ਨੇ। ਮੇਰਾ ਦਿਲ ਤੇ ਬੜਾ ਕੀਤਾ ਉਹਦੇ ਪਿੱਛੇ ਲੱਗ ਜਾਵਾਂ ਔਰ ਉਹਨੂੰ ਮਦਦ ਕਰਾਂ, ਸਾਰਾ ਕੁਝ ਕਰਾਂ ਜੋ ਦੇ ਸਕਾਂ। ਪਰ ਮੇਰਾ ਮਨ ਕਹਿੰਦਾ ਹੈ, ਮੇਰਾ ਰੱਬ ਨੇ ਕਿਹਾ ਕਿ ਤੇਰੀ ਜਿੰਨੀ ਸੇਵਾ ਲਿਖੀ ਹੈ ਉਨੀ ਕਰੋ। ਹੋ ਸਕਦਾ ਹੈ ਉਹ ਸ਼ਰਮਨਾਕ ਹੋ ਜਾਵੇ ਜਾਂ ਕੋਈ ਇਹੋ ਜਿਹੀ ਚੀਜ਼ ਹੋਵੇ ਜਿਸ ਕਰਕੇ ਉਹ ਆਪਣੇ ਆਪ ਨੂੰ ਢੱਕ ਕੇ ਚੱਲਦੀ ਪਈ ਹੈ। ਬਸ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ। ਮੇਰੇ ਨਾਲ ਹੋਇਆ, ਬਸ ਇਹ ਹੀ ਸਮਝ ਨਹੀਂ ਆਉਂਦਾ ਕਿ ਇਹ ਮੇਰੇ ਨਾਲ ਪਹਿਲੇ ਹੋਇਆ ਹੈ ਕਿ ਬਾਅਦ ਵਿੱਚ ਇਹ ਸੋਚ ਆਈ ਕਿ ਮੇਰੀਆਂ ਧੀਆਂ ਭੈਣਾਂ ਕਿੱਥੇ ਗਈਆਂ। ਉਹ ਦਿੱਲੀ ਦੀ 84 ਚੋਂ ਕਿੱਥੇ ਗਈਆਂ? ਕੀ ਕਿਸੇ ਨੇ ਉਹਨਾਂ ਦੀ ਗਿਣਤੀ ਕੀਤੀ ਹੈ? ਪਤਾ ਨਹੀਂ, ਪਤਾ ਨਹੀਂ। ਬਸ ਇਹੀ ਸੋਚ ਕੇ ਕਈ ਵਾਰੀ ਦਿਲ ਰਹਿ ਜਾਂਦਾ ਕਿ ਆਪਣੀਆਂ ਭੈਣਾਂ, ਆਪਣੀਆਂ ਮਾਵਾਂ ਉਹ ਕਿੱਥੇ ਨੇ? ਕੀ ਸਮਾਜ ਉਹਨੂੰ ਵਾਪਸ ਲਏਗਾ? ਕੀ ਉਹ ਵਾਪਸ ਆਉਣਗੀਆਂ? ਮੇਰੇ ਮਨ 'ਚ ਤਾਂ ਇਹੀ ਆਉਂਦਾ ਹੈ ਕਿ ਜਿੱਥੇ ਵੀ ਨੇ ਉਹ ਹੱਲੇ ਵੀ ਆਪਣੇ ਗੁਰੂ ਨਾਲ ਜੁੜੀਆਂ ਹੋਣਗੀਆਂ। ਵਾਹਿਗੁਰੂ ਮਿਹਰ ਕਰੇ, ਸੁਖ ਸ਼ਾਂਤੀ ਬਖਸ਼ੇ।